ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਸਾਡੀ ਅੱਜ ਦੀ ਕਹਾਣੀ ਹੈ ਇੱਕ ਲੇਖਕ ਦੀ ਕਿ ਉਹ ਕਿਸ ਤਰ੍ਹਾਂ ਕਹਾਣੀਆਂ ਰਚਦਾ ਹੈ ਅਤੇ ਆਪਣੀ ਕਲਮ ਦੇ ਰਾਹੀਂ ਕਹਾਣੀਆਂ ਨੂੰ ਕਾਗਜ਼ ਉੱਤੇ ਲਿਖ ਦਿੰਦਾ ਹੈ। ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਮੇਰੀ ਗਲਤੀ ਕੀ ਸੀ ਜੋ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ। ਉਹ ਇੱਕ ਤੋਂ ਇੱਕ ਗਲਤੀਆਂ ਕਰਦੀ ਰਹੀ ਪਰ ਮੈਂ ਉਸ ਨੂੰ ਕੁਝ ਨਹੀਂ ਕਿਹਾ। ਸ਼ਾਇਦ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਗੱਲ ਕਰਕੇ ਮੇਰੇ ਤੋਂ ਦੂਰ ਹੋ ਜਾਵੇ। ਉਸਦੀ ਹਰ ਗਲਤੀ ਤੇ ਮੈਂ ਪਰਦਾ ਪਾਉਂਦਾ ਰਿਹਾ। ਬੇਸ਼ੱਕ ਮੈਨੂੰ ਬਹੁਤ ਬੁਰਾ ਲੱਗਦਾ ਸੀ ਉਹਦਾ ਕਿਸੇ ਹੋਰ ਨਾਲ ਗੱਲ ਕਰਨਾ। ਅੰਦਰੋਂ ਅੰਦਰੀ ਕੁੜਦਾ ਰਹਿੰਦਾ, ਸੜਦਾ ਰਹਿੰਦਾ। ਜੇਕਰ ਉਹ ਸਹੀ ਚੱਲਦੀ ਤਾਂ ਸ਼ਾਇਦ ਮੈਂ ਵੀ ਕੋਈ ਗਲਤੀਆਂ ਨਾ ਕਰਦਾ। ਪਤਾ ਹੀ ਨਹੀਂ ਨਸ਼ੇ ਵਿੱਚ ਕੀ ਕੁਝ ਬੋਲਦਾ ਜਾ ਰਿਹਾ ਸੀ। ਉਸ ਬੰਦੇ ਕੋਲ ਇੱਕ ਛੋਟੀ ਜਿਹੀ ਗਠੜੀ, ਇੱਕ ਬੈਗ ਤੇ ਇੱਕ ਗੰਡਾਸਾ ਸੀ। ਉਸਦੇ ਕੱਪੜੇ ਮੈਲੇ ਪਟੇ ਪੁਰਾਣੇ ਲੱਗਦੇ ਸੀ। ਇੰਜ ਲੱਗਦਾ ਸੀ ਜਿਵੇਂ ਉਹ ਕਈ ਦਿਨਾਂ ਤੋਂ ਨਹਾਇਆ ਨਾ ਹੋਵੇ। ਉਸ ਨੂੰ ਮੈਂ ਰੇਲਵੇ ਸਟੇਸ਼ਨ ਤੇ ਕਈ ਵਾਰ ਦੇਖਿਆ ਸੀ। ਪਤਾ ਨਹੀਂ ਕਿੱਥੇ ਜਾਂਦਾ ਸੀ, ਕੀ ਕਰਦਾ ਸੀ, ਕਿੱਥੋਂ ਆਉਂਦਾ ਸੀ। ਪਹਿਲਾਂ ਮੈਂ ਕਦੇ ਉਸ ਵੱਲ ਖਾਸ ਧਿਆਨ ਨਹੀਂ ਦਿੱਤਾ, ਪਰ ਅੱਜ ਪਤਾ ਨਹੀਂ ਕੀ ਹੋਇਆ, ਉਸਦੀ ਹਰ ਗੱਲ ਮੇਰੇ ਦਿਲ ਤੇ ਲੱਗੀ। ਮੈਂ ਉਸਦੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਇਸ ਨਾਲ ਮੈਂ ਨਵੀਂ ਕਹਾਣੀ ਲਿਖ ਸਕਦਾ ਹਾਂ। ਇਸ ਕਹਾਣੀ ਦੇ ਕਦੇ ਨਾ ਫਿਲਮਾਂਕਣ ਜ਼ਰੂਰ ਹੋਵੇਗਾ। ਮੈਂ ਸੀਮਿਤ ਦਾਇਰੇ ਅੰਦਰ ਰਹਿ ਕੇ ਕਹਾਣੀ ਲਿਖਣਾ ਚਾਹੁੰਦਾ ਸੀ, ਪਰ ਦੇਖੋ ਕੀ ਬਣਦਾ ਹੈ। ਇਹ ਤਾਂ ਹੁਣ ਇਸ ਬੰਦੇ ਨੂੰ ਮਿਲ ਕੇ ਹੀ ਪਤਾ ਲੱਗ ਸਕਦਾ ਹੈ। ਸੋ ਕਾਫੀ ਸੋਚ ਵਿਚਾਰ ਮਗਰੋਂ ਉਸ ਨੂੰ ਮਿਲਣ ਦਾ ਮਨ ਬਣਿਆ। ਮੈਨੂੰ ਸਵੇਰੇ ਫੋਨ ਆਇਆ ਕਿ ਸੰਗਰੂਰਵੀ ਸਾਹਿਬ ਤੁਹਾਡੀ ਕਵਿਤਾ ਅਜੀਤ ਅਖਬਾਰ ਨੇ ਛਾਪ ਦਿੱਤੀ ਹੈ। ਸੋ ਮੈਂ ਉਸ ਦਾ ਧੰਨਵਾਦ ਕਰ ਜਲਦੀ ਹੀ ਰੇਲਵੇ ਸਟੇਸ਼ਨ ਤੇ ਚਲਾ ਗਿਆ, ਜਿੱਥੇ ਮੇਰੇ ਦੋਸਤ ਦਾ ਇੱਕ ਬੁੱਕ ਸਟਾਲ ਸੀ। ਮੈਂ ਅਕਸਰ ਹੀ ਉਸ ਕੋਲ ਆ ਕੇ ਬੈਠ ਜਾਂਦਾ, ਕਈ ਯਾਤਰੀਆਂ ਨੂੰ ਦੇਖਦਾ, ਉਹਨਾਂ ਦੇ ਹਾਵ ਭਾਵ ਨੂੰ ਦੇਖ ਕੇ ਸੋਚਦਾ ਰਹਿੰਦਾ। ਕਹਾਣੀ ਲਿਖਣ ਲਈ ਕੋਈ ਨਾ ਕੋਈ ਪੁਆਇੰਟ ਵਿਚਾਰ ਰਚਦਾ ਰਹਿੰਦਾ। ਕਈ ਕਹਾਣੀਆਂ ਦੇ ਪਾਤਰ ਇੱਥੇ ਹੀ ਮਿਲ ਜਾਂਦੇ। ਹੁਣ ਵੀ ਇੱਕ ਪਾਤਰ ਨੂੰ ਮਿਲਣ ਦਾ ਮਨ ਸੀ। ਸੋਚ ਰਿਹਾ ਸੀ ਕਿ ਉਸ ਨਾਲ ਕੀ ਬੀਤੀ ਹੋਵੇਗੀ। ਉਸਨੇ ਕਿਸ ਤੋਂ ਧੋਖਾ ਖਾਦਾ ਹੋਵੇਗਾ। ਉਹ ਉਸਦੀ ਪਤਨੀ, ਪ੍ਰੇਮਿਕਾ ਜਾਂ ਕੋਈ ਹੋਰ ਸੀ। ਹੁਣ ਸਾਰੀ ਗੱਲ ਤਾਂ ਉਸ ਨੂੰ ਮਿਲ ਕੇ ਹੀ ਪਤਾ ਲੱਗੇਗੀ। ਸੋ ਉਸ ਨੂੰ ਮਿਲਣ ਦਾ ਪੱਕਾ ਮਨ ਬਣਾ ਲਿਆ ਸੀ। ਮੈਂ ਰੇਲਵੇ ਸਟੇਸ਼ਨ ਤੇ ਹੀ ਬੈਠਾ ਸੀ। ਜਦ ਮੈਂ ਉੱਥੇ ਪਹੁੰਚਿਆ ਤਾਂ ਉਹ ਆਪਣਾ ਸਮਾਨ ਸਮੇਟ ਕੇ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਸੀ। ਮੈਂ ਉਸ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੋਲੀ ਅਤੇ ਉਸ ਨੂੰ ਰਾਤ ਵਾਲੀ ਸਾਰੀ ਗੱਲ ਦੱਸੀ। ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗਾ, ਪੁੱਤ ਕੋਈ ਗੱਲ, ਖਾਦੀ ਪੀਤੀ 'ਚ ਬੰਦਾ ਪਤਾ ਨਹੀਂ ਕੀ ਕੁਝ ਬੋਲ ਜਾਂਦਾ, ਤੂੰ ਦਿਲ ਤੇ ਨਾ ਲਾ, ਆਪਣਾ ਕੋਈ ਕੰਮ ਕਰ ਜਾ ਕੇ। ਜਦੋਂ ਮੈਂ ਉਸ ਨੂੰ ਦੱਸਿਆ ਕਿ ਬਾਬਾ ਜੀ ਮੈਂ ਤਾਂ ਕਹਾਣੀਕਾਰ ਹਾਂ, ਮੈਂ ਕੋਈ ਨਾ ਕੋਈ ਕਹਾਣੀ ਲਿਖਦਾ ਹੀ ਰਹਿਣਾ ਹਾਂ, ਸੋ ਮੈਂ ਸੋਚਿਆ ਕਿ ਤੁਹਾਡੇ ਤੋਂ ਉਹ ਪੁੱਛ ਕੇ ਕੁਝ ਲਿਖਣ ਦੀ ਕੋਸ਼ਿਸ਼ ਕਰਾਂਗਾ। ਗੁੱਸੇ ਵਿੱਚ ਆਏ ਬਾਬੇ ਨੇ ਕਿਹਾ, ਤੂੰ ਜਾ, ਦਫਾ ਹੋ ਜਾਏ, ਕੋਈ ਹੋਰ ਬੰਦਾ ਲੱਭ ਲਾ ਜਿਨ੍ਹਾਂ ਤੇ ਤੂੰ ਕਹਾਣੀ ਲਿਖ ਸਕਦਾ ਹੈ। ਮੇਰੇ ਕੋਲ ਤੈਨੂੰ ਦੱਸਣ ਲਈ ਕੋਈ ਗੱਲ ਨਹੀਂ ਹੈ। ਇਹ ਗੱਲ ਕਹਿ ਕੇ ਉਸਨੇ ਮੇਰਾ ਦਿਲ ਤੋੜ ਦਿੱਤਾ। ਮੇਰਾ ਮਨ ਸੀ ਕਿ ਮੈਂ ਉੱਥੋਂ ਮੁੜ ਜਾਵਾਂ, ਪਰ ਮੈਂ ਆਪਣੀ ਗੱਲ ਤੇ ਅੜਿਆ ਰਿਹਾ। ਮੈਂ ਕਿਹਾ, ਬਾਬਾ ਜੀ ਜੋ ਵੀ ਗੱਲ ਹੈ ਤੁਸੀਂ ਮੈਨੂੰ ਦੱਸੋ, ਕੀ ਲੈਣਾ ਪੁੱਤ ਤੂੰ ਮੇਰੇ ਤੋਂ? ਕੋਈ ਮੇਰੀਆਂ ਗਲਤੀਆਂ ਕੱਢੂ, ਕੋਈ ਉਸ ਦੀਆਂ ਗਲਤੀਆਂ ਕੱਢੂ ਤੇ ਕੋਈ ਤੈਨੂੰ ਹੀ ਗਾਲਾਂ ਕੱਢੂਗਾ। ਤੂੰ ਮੇਰੀ ਗੱਲ ਮੰਨ, ਕਹਾਣੀ ਲਿਖਣ ਦਾ ਖਿਆਲ ਛੱਡ ਤੇ ਕੋਈ ਹੋਰ ਕੰਮ ਕਰ, ਮੈਨੂੰ ਜਾਣ ਦੇ। ਮੈਂ ਆਪਣੀ ਗੱਲ ਤੇ ਅੜਿਆ ਰਿਹਾ ਤੇ ਕਿਹਾ, ਦੁੱਖ ਦੱਸਣ ਨਾਲ ਘਟਦਾ ਏ, ਨਾਲੇ ਮੈਂ ਕਿਹੜਾ ਉਹ ਸਾਰੀਆਂ ਗੱਲਾਂ ਲਿਖਣੀਆਂ ਨੇ। ਮੈਂ ਤਾਂ ਆਪਣੀ ਸੂਝ-ਬੂਝ ਨਾਲ ਸਭ ਕੁਝ ਸੈੱਟ ਕਰਕੇ ਲਿਖਾਂਗਾ। ਜੋ ਤੇਰੇ ਨਾਲ ਬੀਤੀਆਂ ਨੇ ਉਹ ਕਿਸੇ ਹੋਰ ਨਾਲ ਨਾ ਬੀਤੇ। ਮੇਰਾ ਸਿਰਫ ਇਹੀ ਮਕਸਦ ਹੈ ਕਿ ਜੋ ਤੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ। ਮੈਂ ਕਿਹਾ, ਬਾਬਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ, ਮੈਂ ਤੁਹਾਡੀ ਮੁਸ਼ਕਿਲ ਦਾ ਹੱਲ ਕੱਢ ਸਕਦਾ। ਤੁਹਾਡੇ ਨਾਲ ਜੋ ਕੁਝ ਵੀ ਬੀਤਿਆ ਹੈ ਮੈਨੂੰ ਦੱਸੋ। ਬਾਬੇ ਨੇ ਗੱਲ ਸ਼ੁਰੂ ਕੀਤੀ, ਮੇਰਾ ਨਾਮ ਦਿਲਰਾਜ ਹੈ, ਮੈਂ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ। ਮੈਂ ਮੈਟ੍ਰਿਕ ਪਾਸ ਕਰੀ ਹੈ। ਖੇਤੀਬਾੜੀ ਦਾ ਕੰਮ ਕਰਕੇ ਵਧੀਆ ਗੁਜ਼ਾਰਾ ਕਰਦਾ ਸੀ। ਮੇਰੇ ਕੁਝ ਦੋਸਤ ਵਿਦੇਸ਼ ਚਲੇ ਗਏ ਤੇ ਮੈਨੂੰ ਵੀ ਵਿਦੇਸ਼ ਆਉਣ ਲਈ ਕਹਿੰਦੇ। ਜਦ ਮੈਂ ਘਰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮਨਾ ਕਰ ਦਿੱਤਾ। ਮੈਂ ਆਪਣੇ ਮਾਤਾ-ਪਿਤਾ ਦਾ ਆਗਿਆਕਾਰੀ ਪੁੱਤਰ ਸੀ। ਮੈਂ ਕਦੇ ਉਹਨਾਂ ਦਾ ਕਹਿਣਾ ਨਹੀਂ ਸੀ ਮੋੜਿਆ। ਜਿਵੇਂ ਕਹਿੰਦੇ ਉਸੇ ਤਰ੍ਹਾਂ ਕਰਦਾ। ਮੇਰੇ ਮਾਪਿਆਂ ਨੇ ਮੇਰਾ ਵਿਆਹ ਸ਼ਹਿਰ ਦੀ ਪੜ੍ਹੀ ਲਿਖੀ ਚੰਗੇ ਘਰ ਦੀ ਕੁੜੀ ਨਾਲ ਕਰ ਦਿੱਤਾ। ਸੁੱਖ ਨਾਲ ਸਾਡਾ ਕੰਮ ਵੀ ਵਧੀਆ ਚੱਲਦਾ ਸੀ। ਵਿਆਹ ਤੋਂ 2 ਸਾਲਾਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ। ਮੇਰਾ ਕੰਮਕਾਰ ਵੀ ਘਟਣ ਲੱਗ ਪਿਆ, ਪਰ ਮੈਂ ਜਿੰਨਾ ਹੁੰਦਾ ਉਹਨਾਂ ਕਰ ਲੈਂਦਾ। ਮੈਂ ਆਪਣੀ ਜ਼ਮੀਨ ਠੇਕੇ ਤੇ ਦੇ ਕੇ ਕਦੇ ਕਿਸੇ ਫੈਕਟਰੀ ਤੇ ਕਦੇ ਕਿਸੇ ਫੈਕਟਰੀ ਤੇ ਕੰਮ ਕਰਨ ਲੱਗ ਜਾਂਦਾ। ਮਹੀਨੇ 2 ਮਹੀਨੇ ਬਾਅਦ ਮੈਂ ਘਰੇ ਗੇੜਾ ਮਾਰਦਾ। ਮੈਂ ਪੈਸੇ ਦਿਨ ਰਾਤ ਜੋੜਦਾ ਰਹਿੰਦਾ। ਸੋਚਦਾ ਸੀ ਕਿ ਆਪਣੇ ਬੱਚਿਆਂ ਲਈ ਅਤੇ ਪਰਿਵਾਰ ਲਈ ਕੁਝ ਨਾ ਕੁਝ ਜ਼ਰੂਰ ਬਣਾਉਂਗਾ। ਫੈਕਟਰੀ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ ਜੋ ਕਿ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ।
ਤੇ ਉਸ ਨੂੰ ਕੋਈ ਕਹਿ ਨਹੀਂ ਸੀ ਸਕਦਾ ਕਿ ਇਹ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ। ਹੀਰੋ ਬਣ ਕੇ ਤਿਆਰ ਹੋ ਕੇ ਆਉਂਦਾ ਜਾਂਦਾ ਸੀ, ਕੰਮ ਵੇਲੇ ਫੈਕਟਰੀ ਵਾਲੇ ਕੱਪੜੇ ਪਾਉਂਦਾ ਸੀ। ਸਾਰੇ ਹੈਰਾਨ ਸੀ ਕਿ ਇੰਨੀ ਘੱਟ ਤਨਖਾਹ ਵਿੱਚ ਇਹ ਕਿਸ ਤਰ੍ਹਾਂ ਐਸ਼ ਕਰਦਾ ਹੈ। ਇੱਕ ਦਿਨ ਕਰੀਬ 6 ਮਹੀਨੇ ਬਾਅਦ ਮੈਂ ਆਪਣੇ ਘਰੇ ਗੇੜਾ ਮਾਰਿਆ ਤਾਂ ਰਾਤ ਦੇ ਕਰੀਬ 2 ਵਜੇ ਮੈਂ ਸੁਣਿਆ ਕਿ ਮੇਰੀ ਪਤਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੈ। ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਿਆ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਜੇਕਰ ਮੈਂ ਉਸ ਨਾਲ ਇਸ ਗੱਲ ਪਿੱਛੇ ਲੜਿਆ ਕਿਤੇ ਉਹ ਮੈਨੂੰ ਛੱਡ ਕੇ ਨਾ ਚਲੀ ਜਾਵੇ। ਮੈਂ 2-3 ਮਹੀਨਿਆਂ ਬਾਅਦ ਘਰੇ ਗੇੜਾ ਮਾਰਨ ਆਉਂਦਾ ਸੀ ਤਾਂ ਦੇਖਦਾ ਮੇਰੀ ਪਤਨੀ ਹਮੇਸ਼ਾ ਫੋਨ ਤੇ ਗੱਲ ਕਰਦੀ ਰਹਿੰਦੀ ਸੀ। ਮੈਂ ਕਦੇ ਵੀ ਉਸ ਨੂੰ ਰੋਕਿਆ ਜਾਂ ਟੋਕਿਆ ਨਹੀਂ, ਪਰ ਇੱਕ ਸਮਾਂ ਐਸਾ ਆਇਆ ਜਦ ਮੈਨੂੰ ਲੱਗਿਆ ਕਿ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਜ਼ਿੰਦਗੀ ਨਹੀਂ ਵੇਖਣ ਨੂੰ ਮਿਲੇਗੀ। ਮੇਰੀ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਮੇਰੇ ਘਰ ਦੀ ਸਾਰੀ ਪ੍ਰਾਪਰਟੀ ਹੜਪ ਲਈ ਗਈ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਮੈਂ ਰਾਤ ਦਿਨ ਫੈਕਟਰੀ ਵਿੱਚ ਕੰਮ ਕਰਕੇ ਆਪਣੀ ਪਤਨੀ ਦੇ ਸੁਪਨੇ ਪੂਰੇ ਕਰਦਾ ਸੀ, ਪਰ ਉਸਨੇ ਆਪਣੇ ਆਸ਼ਿਕ ਨਾਲ ਮਿਲ ਕੇ ਮੈਨੂੰ ਘਰੋਂ ਬਾਹਰ ਕੱਢਤਾ। ਮੈਂ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਿਹਾ, ਪਰ ਮੈਨੂੰ ਅਖੀਰ ਵਿੱਚ ਇਹੀ ਫਲ ਮਿਲਿਆ। ਤਾਂ ਹੀ ਉਸ ਦਿਨ ਸਟੇਸ਼ਨ ਤੇ ਮੈਂ ਇਹ ਬੋਲ ਰਿਹਾ ਸੀ ਕਿ ਮੇਰੀ ਗਲਤੀ ਕੀ ਸੀ, ਉਹਨੇ ਮੈਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ। ਸ਼ਾਇਦ ਇਹ ਗੱਲਾਂ ਕਰਦੇ ਸਮੇਂ ਤੋਂ ਮੈਨੂੰ ਸੁਣ ਲਿਆ ਹੋਵੇਗਾ। ਜਦ ਇਹ ਗੱਲਾਂ ਚੱਲ ਹੀ ਰਹੀਆਂ ਸੀ ਤਾਂ ਲੇਖਕ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਦੋਸਤੋ, ਸਾਡੀ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਕਈ ਵਾਰ ਕਿਤਾਬਾਂ ਵਿੱਚ ਲਿਖੀਆਂ ਕਹਾਣੀਆਂ ਨੂੰ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਤਾਂ ਬੇਫਜ਼ੂਲ ਹੈ। ਸ਼ਾਇਦ ਅਸੀਂ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਨਹੀਂ ਸਮਝਦੇ, ਪਰ ਇਸ ਕਹਾਣੀ ਦੇ ਮਾਧਿਅਮ ਰਾਹੀਂ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਇੱਕ ਲੇਖਕ ਦੇ ਹਾਵ ਭਾਵ ਕਿਸ ਤਰ੍ਹਾਂ ਦੇ ਹੁੰਦੇ ਨੇ। ਜਦੋਂ ਕਿਸੇ ਦੀ ਕਹਾਣੀ ਲਿਖਦਾ ਹੈ, ਕਿਸੇ ਦੀ ਜ਼ਿੰਦਗੀ ਬਾਰੇ ਕੋਈ ਕਹਾਣੀ ਲਿਖਣ ਜਾਂਦਾ ਹੈ ਤਾਂ ਉਹ ਉਸ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵੜ ਕੇ ਉਸ ਕਹਾਣੀ ਨੂੰ ਮਹਿਸੂਸ ਕਰਕੇ ਕਿਤਾਬ ਉੱਤੇ ਰਚਦਾ ਹੈ। ਇਹ ਸਭ ਕਹਾਣੀਆਂ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਹੀ ਨਿਕਲ ਕੇ ਆਉਂਦੀਆਂ ਨੇ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਪਸੰਦ ਆਈ ਹੈ ਤਾਂ ਨੀਚੇ ਕਮੈਂਟ ਬਾਕਸ 'ਚ ਜਾ ਕੇ ਜ਼ਰੂਰ ਦੱਸਿਓ। ਇਸੇ ਤਰ੍ਹਾਂ ਦੀਆਂ ਹੀ ਰੋਮਾਂਚਕ ਕਹਾਣੀਆਂ ਵੇਖਣ ਲਈ ਦੇਖਦੇ ਰਹੋ ਦਾ A1 ਮੀਡੀਆ।